हर गोबिंद सवारी जली पीड़ी सोनिया रूप दिखावन वालो वारी दल भजन गुर सूरमा वादी योदा बहु पर उपकारी आनंद गुणी निधान गुरु गरीब निवाज सारी संगत गज के बोलो सतनाम श्री वाहिगुरु जी। मारा वालिया हथा विच दे देगा चारी सिखा रुका दिया मान वखरी पैरी रुलदिया अर्शी चार दिता ते बख्शी बाग सितारिया शान वखरी ओ बख्शी बाग सितारिया शान वखरी गुरु नानक दे गुरु नानक दे रूप विच बैठ गदी तुसी सिखां नूं नवीं नुहार बख्शी रखिया पीरी दरवेशी दी करनी बदले रखिया पीरी दरवेशी दी करनी बदले सिख कौम नूं मीरी तलवार बख्शी बख्शिया तखत अकाल दा कौम ताई जल्दी कला दी नमी नुहार बख्शी जिन्ना हथां ने कद न पकड़ वेखी शक्ति उन्हां नूं बेशुमार बख्शी ते शक्ति उन्हां नूं बेशुमार बख्शी जिने पत्थे से जनार तीर झाड़ दे जिने पत्थे से जनार तीर झाड़ दे सच्ची खबर धाकर सोवे कृपान धन वीर पीरी वाले शेर पाचा दिन ढाबियां दिता सन्मान धन वीर पीरी वाले शेर पाचा दिन
ਢਾਡੀਆਂ ਨੂੰ ਦਿੱਤਾ ਸਿਨਮਾ ਜਿਹਦੇ ਕੰਨਾਂ ਦੇ ਵਿੱਚ ਖੱਬੇ ਮਖਮਲੀ ਜੋੜਾ ਉਹਦੀ ਉਂਗਲੀ ਤੇ ਬਾਸ਼ੋਏ ਨੀਲਾ ਘੋੜਾ ਜਿਹਦੇ ਕੰਨਾਂ ਦੇ ਵਿੱਚ ਖੱਬੇ ਮਖਮਲੀ ਜੋੜਾ ਉਹਦੀ ਉਂਗਲੀ ਤੇ ਬਾਸ਼ੋਏ ਨੀਲਾ ਘੋੜਾ ਜਦੋਂ ਨੱਚਦਾ ਮੈਦਾਨ ਵੱਲ ਜਾਉਂਦਾ ਜਦੋਂ ਨੱਚਦਾ ਮੈਦਾਨ ਵੱਲ ਜਾਉਂਦਾ ਉਹਦੇ ਖੰਜਰਾਂ ਦੀ ਫੇਰ ਨਿਕਾਲ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਭਾਈ ਪੀਰੀ ਚੰਦ ਤਾਈ ਜਿੰਨਾ ਹੁਕਮ ਸੁਨਾਇਆ ਜਿੰਨਾ ਢਾਡੀਆਂ ਨੂੰ ਹੱਥ ਤੇ ਬਿਠਾ ਕੇ ਮਗਵਾਇਆ ਭਾਈ ਪੀਰੀ ਚੰਦ ਤਾਈ ਜਿੰਨਾ ਹੁਕਮ ਸੁਨਾਇਆ ਜਿੰਨਾ ਢਾਡੀਆਂ ਨੂੰ ਹੱਥ ਤੇ ਬਿਠਾ ਕੇ ਮਗਵਾਇਆ ਮਾਇਆ ਨਾਲ ਵੀ ਦੀਵਾਰ ਤੇ ਗਰੀਬ ਰੇ ਮਾਇਆ ਨਾਲ ਵੀ ਦੀਵਾਰ ਤੇ ਗਰੀਬ ਰੇ ਉੱਚ ਕਰ ਦਿੱਤੀ ਨੀਵਿਆਂ ਨਿਸ਼ਾਨ ਧੰਨ ਵੀਰ ਪੀਰੀ ਵਾਲੇ ਸ਼ੇਰੀ ਪਾਤਸ਼ਾਹ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਧੰਨ ਵੀਰ ਪੀਰੀ ਵਾਲੇ ਸ਼ੇਰੀ ਪਾਤਸ਼ਾਹ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਜਦੋਂ ਬੁਲਾਉਂਦੇ ਹਜ਼ੂਰ ਗਾਈਆਂ ਵੀਰ ਰਸੀਆਰਾਂ ਸਿੱਖੀ ਛਮਤ ਸਜਦੇ ਆਏ ਗੱਭਰੂ ਹਜ਼ਾਰਾਂ ਜਦੋਂ ਬੁਲਾਉਂਦੇ ਹਜ਼ੂਰ ਗਾਈਆਂ ਵੀਰ ਰਸੀਆਰਾਂ ਸਿੱਖੀ ਛਮਤ ਸਜਦੇ ਆਏ ਗੱਭਰੂ ਹਜ਼ਾਰਾਂ ਉਦੋਂ ਮੱਥਿਆਂ ਤੇ ਪੈਰੀਆਂ ਤੇ ਉੜੀਆਂ ਉਦੋਂ ਮੱਥਿਆਂ ਤੇ ਪੈਰੀਆਂ ਤੇ ਉੜੀਆਂ ਜਦੋਂ ਗਾਈ ਅਸਰਾਰੇ ਵਾਲੀ ਮਾਰ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਸਦਾ ਦਿਨ ਸੱਚੇ ਘੁੰਗਰੂ ਆਪਾਈ ਸਰਕਾਰ ਇਹ ਆਤਮਾ ਜਗਾਵੀ ਉੱਤੇ ਤਾਂ ਕਰ ਰੇਗ ਮਾਰ ਸਾਜਨਾਰ ਬੱਚੇ ਘੁੰਗਰੂ ਆਪਾਈ ਸਰਕਾਰ ਇਹ ਆਤਮਾ ਜਗਾਵੀ ਉੱਤੇ ਤਾਂ ਕਰ ਰੇਗ ਮਾਰ ਗੁੰਜਾ ਪਾਈਆਂ ਜਦੋਂ ਢੱਡ ਵਾਲੀ ਥੱਪ ਤੇ ਗੁੰਜਾ ਪਾਈਆਂ ਵੀ ਗੁੰਜਾ ਪਾਈਆਂ ਜਦੋਂ ਢੱਡ ਵਾਲੀ ਥੱਪ ਤੇ ਹੋਇਆ ਜ਼ਿੰਦਗੀ ਦਿਮਾਗ ਦਾ ਗਿਆਨ ਧੰਨ ਵੀਰ ਪੀਰੀ ਵਾਲੇ ਸ਼ੇਰ ਪਾਤਸ਼ਾਹ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਧੰਨ ਵੀਰ ਪੀਰੀ ਵਾਲੇ ਸ਼ੇਰ ਪਾਤਸ਼ਾਹ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਫੇਰ ਮੁੰਜੀਆਂ ਸਿਖਾਣੇ ਤੋਂ ਵੇ ਸੀਸ ਦੇ ਚੜਾਏ ਉੱਥੇ ਚੰਦ ਤੇ ਚਰਨ ਕੁਰਬਾਨ ਹੋਣ ਆਏ ਫੇਰ ਮੁੰਜੀਆਂ ਸਿਖਾਣੇ ਤੋਂ ਵੇ ਸੀਸ ਦੇ ਚੜਾਏ ਉੱਥੇ ਚੰਦ ਤੇ ਚਰਨ ਕੁਰਬਾਨ ਹੋਣ ਆਏ ਜਦੋਂ ਨੱਥ ਵਾਲੇ ਅਬਦਲ ਗਾਲਿਆ ਜਦੋਂ ਨੱਥ ਵਾਲੇ ਅਬਦਲ ਗਾਲਿਆ ਜਹਾਂਗੀਰ ਨਾਲ ਸੋਹਣੀ ਦਸਤਾਰ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਧੰਨ ਵੀਰ ਪੀਰੀ ਵਾਲੇ ਸ਼ੇਰ ਪਾਤਸ਼ਾਹ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਮਾਤਾ ਗੰਗਾ ਦੇ ਗੁਰਾਰੇ ਸ਼ਿਵ ਪਾਤਸ਼ਾਹ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਜਿੰਨਾ ਢਾਡੀਆਂ ਨੂੰ ਦਿੱਤਾ ਸਨਮਾਨ ਸੋਹੇ ਰਾਣਿਆਂ ਤੋਂ ਵੱਧ ਸਰਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਰਮ ਪਵਿੱਤਰ ਚਰਨਾਂ ਵਿੱਚ ਸਜ ਬੈਠੀ ਸਾਜੀ ਮਾਜੀ ਸਾਧ ਸੰਗਤ ਢਾਡੀ ਕਲਾ ਦਾ ਤੇ ਕਵੀਸ਼ਰੀ ਕਲਾ ਦਾ ਬੜਾ ਗਹਿਰਾ ਰਿਸ਼ਤਾ ਹੈ। ਢਾਡੀ ਕਲਾ ਦਾ ਤੇ ਕਵੀਸ਼ਰੀ ਕਲਾ ਦਾ ਬੜਾ ਗਹਿਰਾ ਰਿਸ਼ਤਾ ਹੈ। ਇਹ ਦੋ ਐਸੀਆਂ ਕਲਾ ਨੇ ਜਿਸ ਕਲਾ ਦੁਆਰਾ ਸਰੋਤੇ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਮਿਲਦੀ। ਮੇਰੀਆਂ ਨਜ਼ਰਾਂ ਵਿੱਚ ਕਵੀਸ਼ਰ ਸਿੰਘ ਤੇ ਢਾਡੀ ਸਿੰਘ ਇਤਿਹਾਸ ਬਿਆਨ ਨਾ ਕਰਨ ਤੇ ਸਰੋਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਸਾਡੇ ਕਲਗੀ ਵਾਲੇ ਪਾਤਸ਼ਾਹ ਦੇ ਸਾਹਿਬਜ਼ਾਦੇ ਕਿੰਨੇ ਸਨ ਤੇ ਉਹਨਾਂ ਦਾ ਨਾਂ ਕੀ।
ਸਾਡੇ ਪੁਰਖਿਆਂ ਨੇ ਸਾਡੇ ਲਈ ਕੀ ਕੁਝ ਕੀਤਾ, ਇਹ ਜਾਣਨ ਲਈ ਗੁਰੂ ਸਾਹਿਬਾਨਾਂ ਨੇ ਦੋ ਕਲਾ ਨੂੰ ਬੜਾ ਵੱਡਾ ਮਾਣ ਦਿੱਤਾ। ਮੈਂ ਫਿਰ ਤੁਹਾਡੀ ਯਾਦ ਦੀ ਪੱਟੀ ਤੇ ਲਿਖਣ ਵਾਸਤੇ ਬੇਨਤੀ ਕਰ ਦਵਾਂ, ਢਾਡੀ ਕਲਾ ਦਾ ਤੇ ਕਵੀਸ਼ਰੀ ਕਲਾ ਦਾ ਦਾਦੇ ਤੇ ਪੋਤੇ ਦਾ ਰਿਸ਼ਤਾ ਹੈ। ਦਾਦੇ ਤੇ ਪੋਤੇ ਦਾ ਰਿਸ਼ਤਾ ਕਿਵੇਂ ਹੋਇਆ? ਢਾਡੀ ਕਲਾ ਨੂੰ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਨਵਾਜਿਆ, ਬੜਾ ਵੱਡਾ ਮਾਣ ਦਿੱਤਾ। ਤੇ ਉਹਨਾਂ ਤੋਂ ਵੀਰ ਅਸੀਂ ਵਾਰਾਂ ਸੁਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਸੋਨੇ ਦੀਆਂ ਢੱਡਾਂ ਦੇ ਕੇ ਮਾਣ ਦਿੱਤਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਗੁਰੂ ਗੱਦੀ ਦੇ ਬਿਰਾਜਮਾਨ ਹੋਏ। ਮਹਾਰਾਜ ਨੇ ਕਵੀ ਤੇ ਕਵੀਸ਼ਰ ਕਲਾ ਨੂੰ ਮਾਣ ਦਿੱਤਾ। ਸੱਚੇ ਪਾਤਸ਼ਾਹ ਨੇ ਆਪਣੇ ਕਵੀਸ਼ਰਾਂ ਨੂੰ ਸੋਨੇ ਦੇ ਪਿੰਨਾਂ ਨਾਲ ਕਵਿਤਾ ਰਚਨ ਦਾ ਮਹਾਰਾਜ ਨੇ ਮਾਣ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦੇ ਦਾਦਾ ਜੀ ਲੱਗਦੇ ਸਨ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ। ਇਸ ਕਰਕੇ ਇਹਨਾਂ ਦੋਨਾਂ ਕਲਾਵਾਂ ਦਾ, ਢਾਡੀ ਕਲਾ ਦਾ ਤੇ ਕਵੀਸ਼ਰੀ ਕਲਾ ਦਾ, ਦਾਦੇ ਤੇ ਪੋਤੇ ਦਾ ਰਿਸ਼ਤਾ ਹੈ। ਪਹਿਲਾਂ ਢਾਡੀ ਕਲਾ ਹੋਂਦ ਵਿੱਚ ਆਈ, ਫਿਰ ਕਵੀਸ਼ਰੀ ਕਲਾ ਹੋਂਦ ਵਿੱਚ ਆਈ, ਤੇ ਬਾਬਾ ਦਰਸ਼ਨ ਸਿੰਘ ਸਾਹਿਬ ਜੀ ਦੋਵਾਂ ਕਲਾਂ ਦਾ ਹੀ ਬਹੁਤ ਵੱਡਾ ਮਾਣ ਕਰਦੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਢਾਡੀ ਸਿੱਖਾਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਮਾਣ ਦਿੱਤਾ ਸੀ, ਜਿਵੇਂ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਕਵੀ ਸਿੰਘਾਂ ਨੂੰ ਸੋਨੇ ਦੇ ਪੈਨ ਦੇ ਕੇ ਮਾਣ ਦਿੱਤਾ ਸੀ, ਬਾਬਾ ਜੀ ਇਸ ਤਰ੍ਹਾਂ ਕਵੀਸ਼ਰ ਸਿੰਘਾਂ ਤੇ ਢਾਡੀ ਸਿੰਘਾਂ ਦਾ ਮਾਣ ਕਰ ਰਹੇ। ਅੱਜ ਦੇ ਦੀਵਾਨ ਵਿੱਚ ਦੋ ਕਵੀਸ਼ਰ ਸਿੰਘਾਂ ਦਾ ਸੋਨੇ ਦੇ ਪੈਨਾਂ ਨਾਲ ਮਾਣ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਬਾਬਾ ਜੀ ਨੇ ਬੇਅੰਤ ਢਾਡੀ ਸਿੰਘਾਂ ਨੂੰ ਸੋਨੇ ਦੀਆਂ ਢੱਡਾਂ ਦੇ ਕੇ ਮਾਣ ਦਿੱਤਾ, ਜਿਹਦੇ ਵਿੱਚ ਸਾਡਾ ਜਥਾ ਵੀ ਸ਼ਾਮਲ ਹੈ। ਬੜਾ ਪਿਆਰ ਕਰਦੇ ਨੇ ਬਾਬਾ ਜੀ ਇਹਨਾਂ ਦੋਨਾਂ ਕਲਾ ਨਾਲ। ਵਿਸ਼ੇਸ਼ ਤੌਰ ਤੇ ਬਾਬਾ ਜੀ ਨੇ ਅੱਜ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਵਾਸਤੇ ਹੁਕਮ ਕੀਤਾ। ਤੋ ਅੱਜ ਦੇ ਦੀਵਾਨ ਵਿੱਚ ਜਿਨ੍ਹਾਂ ਕਵੀਸ਼ਰ ਸਿੰਘਾਂ ਨੂੰ ਸੋਨੇ ਦੇ ਪੈਨ ਨਾਲ ਮਾਣ ਕਰਨਾ ਹੈ, ਉਹਨਾਂ ਵਿੱਚ ਨੇ ਭਾਈ ਬਲਵਿੰਦਰ ਸਿੰਘ ਜੀ ਬਹਿਲਾ ਤੇ ਗਿਆਨੀ ਚਾਨਣ ਸਿੰਘ ਜੀ ਬੀਏ। ਬੜੇ ਭਾਗਾਂ ਵਾਲੇ ਇੱਕ ਕਵੀਸ਼ਰ ਸਿੰਘ ਨੇ ਜਿਨ੍ਹਾਂ ਨੂੰ ਗੁਰੂ ਦਰਬਾਰ ਵਿੱਚੋਂ ਸੋਨੇ ਦੇ ਪੈਨ ਨਾਲ ਮਾਣ ਮਿਲਣਾ। ਕੋਈ ਉਂਝ ਪੈਨ ਖਰੀਦ ਕੇ ਦੇ ਦੇਵੇ ਤੇ ਬੜੇ ਮਾਣ ਵਾਲੀ ਗੱਲ ਹੁੰਦੀ ਹੈ। ਧਾਤਾਂ ਵਿੱਚੋਂ ਸੋਨਾ ਬੜਾ ਮਹਿੰਗਾ ਹੈ, ਸੋਨੇ ਦੀਆਂ ਢੱਡਾਂ ਤੇ ਸੋਨੇ ਦੇ ਪੈਨ ਮਿਲਣੇ ਕੋਈ ਛੋਟੀ ਜੀ ਗੱਲ ਨਹੀਂ। ਬਾਬਾ ਜੀ ਦੀ ਵਿਸ਼ਾਲ ਦਿਲੀ ਹੈ। ਸੱਚੇ ਪਾਤਸ਼ਾਹ ਬਾਬਾ ਜੀ ਨੂੰ ਦੀਰਘ ਆਯੂ ਬਖਸ਼ਣ। ਮੈਂ ਬਾਬਾ ਜੀ ਦਾ ਦਿਲ ਦੀਆਂ ਗਹਿਰਾਈਆਂ ਵਿੱਚੋਂ ਧੰਨਵਾਦ ਕਰਦਾ ਹਾਂ ਔਰ ਅਰਦਾਸ ਕਰਦਾ ਮੇਰੇ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਜੀ ਇਸੇ ਤਰ੍ਹਾਂ ਆਪਣੀਆਂ ਬਖਸ਼ਾਂ ਨਾਲ ਨਵਾਜਦੇ ਰਹਿਣ। ਜੋ ਬਾਬਾ ਜੀ ਨੇ ਇਤਿਹਾਸ ਕਹਿਣ ਵਾਸਤੇ ਹੁਕਮ ਕੀਤਾ ਹੈ, ਉਸ ਦਾ ਆਗਾਜ਼ ਕਰਨ ਤੋਂ ਪਹਿਲਾਂ ਜੋ ਕਲਗੀ ਵਾਲੇ ਪਾਤਸ਼ਾਹ ਮਹਾਰਾਜ ਨੇ ਹੁਕਮ ਕੀਤਾ ਉਸ ਤੇ ਸਾਰੀ ਪਾਲਣਾ ਕਰੀਏ। ਇੱਕ ਆਵਾਜ਼ ਵਿੱਚ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਉਲੰਭਾ ਭੈਣਾਂ ਨਾਲ ਸਦਾ ਹੀ ਬਣਿਆ ਰਹਿੰਦਾ ਵੀ ਆਪਣੀਆਂ ਗੱਲਾਂ ਤੋਂ ਸੰਕੋਚ ਨਹੀਂ ਕਰਦੇ। ਮਜਾਲ ਕੀ ਕਿਸੇ ਨਿਰੰਕਾਰੀ ਦੇ ਡੇਰੇ ਵਿੱਚ ਜਾ ਕੇ ਬੋਲਦੀਆਂ ਹੋਣ, ਮਜਾਲ ਕੀ ਕਿਸੇ ਰਾਧਾ ਸਵਾਮੀ ਦੇ ਸਤਸੰਗ ਵਿੱਚ ਆਵਾਜ਼ ਆਉਂਦੀ ਹੋਏ, ਮਜਾਲ ਕੀ ਨੂਰ ਮਹਿਲੇ ਦੇ ਸਮਾਗਮ ਵਿੱਚ ਕਿਤੇ ਆਵਾਜ਼ ਆਉਂਦੀ ਹੋਏ। ਪਤਾ ਨਹੀਂ ਗੁਰੂ ਘਰ ਨਾਲ ਕੀ ਵਿਰੋਧਤਾ ਹੈ। ਇੱਥੇ ਆ ਕੇ ਆਪਣੀਆਂ ਗੱਲਾਂ ਨੂੰ ਚਾਲੂ ਰੱਖਣਾ ਪੈਣਾ ਨੇ ਜਿਵੇਂ ਸਹੁੰ ਖਾਧੀ ਹੋਏ। ਤੁਹਾਡੇ ਚਰਨਾਂ ਵਿੱਚ ਬੇਨਤੀ ਆ ਵੀ ਕਿਰਪਾ ਕਰਕੇ ਆਪਣੀ ਆਵਾਜ਼ ਨੂੰ ਰੋਕ ਕੇ ਰੱਖੋ। ਕਲਗੀ ਵਾਲੇ ਪਾਤਸ਼ਾਹ ਮਹਾਰਾਜ ਦਾ ਇੱਕ ਸੁਖਮ ਤੁਹਾਡੇ ਨਾਲ ਸਾਂਝਾ ਕਰਾਂ। ਹਜ਼ੂਰ ਕਹਿੰਦੇ, ਹਰ ਜਸ ਕਰਤ ਜੋ ਬਾਤ ਚਲਾਵੇ, ਕਹੇ ਗੋਬਿੰਦ ਸਿੰਘ ਨਰਕ ਸਧਾਵੇ। ਹੁਣ ਮੈਂ ਦੂਜੀ ਵਾਰ ਬੇਨਤੀ ਨਹੀਂ ਕਰਨੀ, ਕੇਵਲ ਇਹਨਾਂ ਸ਼ਬਦਾਂ ਦੇ ਅਰਥ ਕਰਨੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ, ਜਿੱਥੇ ਹਰੀ ਦੇ ਜਸ ਦੀ ਗੱਲ ਹੁੰਦੀ ਹੋਵੇ, ਚਾਹੇ ਕੋਈ ਔਰਤ ਹੋਵੇ ਚਾਹੇ ਕੋਈ ਮਰਦ ਹੋਵੇ, ਉੱਥੇ ਆਪਣੀ ਗੱਲ ਕਰੇਗਾ ਉਹ ਨਰਕਾਂ ਦਾ ਭਾਗੀ ਬਣੇ। ਇਹ ਤੁਹਾਡੀ ਮਰਜ਼ੀ ਦੀ ਬਾਤ ਹੈ। ਆਪਾਂ ਹੁਣ ਅਗਲਾ ਸੁਝਾਅ ਤੁਹਾਨੂੰ ਕੋਈ ਨਹੀਂ ਦੇਣਾ। ਤਾਂ ਗੁਰੂ ਕੀ ਸਾਜੀਵਾਦੀ ਸਾਧ ਸੰਗਤ, ਬਾਬਾ ਜੀ ਨੇ ਹੁਕਮ ਕੀਤਾ ਕਿ ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ 11 ਸਾਲ ਦੇ ਸਾਹਿਬਜ਼ਾਦੇ ਗੁਰਗੱਦੀ ਤੇ ਕਿਵੇਂ ਬੈਠੇ, ਇਸ ਮਜ਼ਮੂਨ ਨੂੰ ਆਪ ਜੀ ਨਾਲ ਸਾਂਝਾ ਕੀਤਾ ਜਾ ਸਕੇ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਤੁਹਾਡੇ ਵਿੱਚੋਂ ਕਾਫੀ ਸਿੱਖ ਹੋਣੇ ਨੇ ਜਿਹੜੇ ਸ਼ੇਖ ਫਤਿਹ ਦੀ ਕਬਰ ਤੇ ਖੀਰ ਲੈ ਕੇ ਜਾਂਦੇ ਹੋਣਗੇ। ਬਹੁਤ ਹੋਣਗੇ, ਕਿਉਂਕਿ ਅਕਸਰ ਬੱਸਾਂ ਭਰ ਭਰ ਕੇ ਛੱਤਾਂ ਤੱਕ ਲੱਦੀਆਂ ਉੱਥੇ ਖਬਰ ਖੀਰ ਲੈ ਕੇ ਜਾਂਦੀਆਂ ਨੇ। ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜਾ ਸਿੱਖ ਸ਼ੇਖ ਫਤਿਹ ਦੀ ਕਬਰ ਤੇ ਖੀਰ ਲੈ ਕੇ ਜਾਂਦਾ ਹੈ,
ਸਮਝ ਲਓ ਵੀ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਨਜ਼ਰਾਂ ਵਿੱਚ ਕੋਈ ਅਹਿਮੀਅਤ ਨਹੀਂ ਰੱਖਦਾ। ਇਸ ਲਈ ਨਹੀਂ ਰੱਖਦਾ ਕਿ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਾਉਣ ਵਾਲਿਆਂ ਵਿੱਚੋਂ ਸਾਰਿਆਂ ਤੋਂ ਮੋਹਰੀ ਸ਼ੇਖ ਫਤਿਹ ਹੈ, ਤੇ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸਿੱਖ ਖਵਾ ਕੇ ਸ਼ੇਖ ਫਤਿਹ ਦੀ ਕਬਰ ਤੇ ਖੀਰ ਲੈ ਕੇ ਜਾਂਦਾ ਹੈ, ਉਹਨੂੰ ਸਿੱਖ ਖਵਾਉਣ ਦਾ ਅਧਿਕਾਰ ਵੀ ਕੋਈ। ਪੰਚਮ ਪਾਤਸ਼ਾਹ ਨੂੰ ਕਿੰਨੇ ਕਸ਼ਟ ਦਿੱਤੇ ਗਏ, ਤੁਸੀਂ ਇਤਿਹਾਸ ਪੜ੍ਹਿਆ ਨਹੀਂ ਤੇ ਸੁਣਿਆ ਤੇ ਜ਼ਰੂਰ ਹੋਵੇਗਾ ਨਾ। ਕਈ ਦਿਨ ਮਹਾਰਾਜ ਨੂੰ ਭੁੱਖਿਆਂ ਤੇ ਧਰਿਆਂ ਰੱਖਿਆ ਗਿਆ। ਸਾਹਿਬ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਗ ਵਿੱਚ ਉਬਾਲੇ ਦਿੱਤੇ ਗਏ, ਆਲੂ ਦੀ ਤਰ੍ਹਾਂ ਜਿਸਮ ਨੂੰ ਉਬਾਲ ਦਿੱਤਾ। ਫਿਰ ਮਹਾਰਾਜ ਨੂੰ ਤੱਤੀ ਤਵੀ ਤੇ ਬਿਠਾਇਆ, ਤੇ ਤੱਤੀ ਤਵੀ ਤੇ ਬਿਠਾਇਆ ਹੋਵੇ ਤੇ ਫਿਰ ਵੀ ਸੜ ਜਾਵੇ। ਅੰਤਾਂ ਦੀ ਗਰਮੀ, ਜੇਠ ਸੁਦੀ ਚੌਰ 2 ਆੜ 1663 ਬਿਕਰਮੀ, ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਸੀਸ ਵਿੱਚ ਗਰਮ ਰੇਤਾ ਦੇ ਕੜਛੇ ਭਰ ਭਰ ਕੇ ਪਾਏ ਜਾ ਰਹੇ। ਇਹ ਸ਼ੇਖ ਫਤਿਹ ਭਾਈ ਪਿਰਥੀ ਚੰਦ ਉਹ ਭਗਤ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਦਰਜ ਨਹੀਂ ਕੀਤੀ ਗਈ, ਤੇ ਦੀਵਾਨ ਚੰਦੂ ਵਰਗਿਆਂ ਦੀ ਵਿਰੋਧਤਾ ਦਾ ਕਾਰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੂੰ ਇੰਨੇ ਕਸ਼ਟ ਸਹਿਣੇ ਪਏ। ਤਾਂ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਫਿਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਨੂੰ ਰਾਵੀ ਵਿੱਚ ਸੁੱਟ ਕੇ ਸ਼ਹੀਦ ਕੀਤਾ ਗਿਆ। ਸ਼ਹਾਦਤ ਦਾ ਜਾਮ ਪੀਣ ਤੋਂ ਪਹਿਲਾਂ ਜਦੋਂ ਮੇਰੇ ਸਤਿਗੁਰਾਂ ਨੂੰ ਰਾਵੀ ਦੇ ਕੰਢੇ ਤੇ ਲਿਜਾਇਆ ਗਿਆ, ਮਹਾਰਾਜ ਨਾਲ ਗਏ ਹੋਏ 5 ਸਿੱਖ, ਭਾਈ ਲੰਗਾ ਜੀ, ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਪ੍ਰਾਣਾ ਜੀ, ਭਾਈ ਮੋਖਾ ਜੀ, ਇਹਨਾਂ ਨੇ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਖਿਆ, ਸੱਚੇ ਪਾਤਸ਼ਾਹ ਵਕਤ ਦੇ ਹਾਕਮਾਂ ਨੇ ਆਪ ਜੀ ਨੂੰ ਸ਼ਹੀਦ ਕਰ ਦੇਣਾ ਹੈ, ਤੇ ਸੱਚੇ ਪਾਤਸ਼ਾਹ ਸਾਨੂੰ ਕੀ ਹੁਕਮ ਹੈ। ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਰਾਵੀ ਦੇ ਤੱਟ ਤੇ ਖਲੋ ਕੇ ਭਾਈ ਬਿਧੀ ਚੰਦ ਨੂੰ ਆਖਿਆ, ਸਾਡੀ ਕੁਰਬਾਨੀ ਅਜਾਈ ਨਹੀਂ ਜਾਵੇਗੀ। ਜਿੱਥੇ ਜਿੱਥੇ ਸਾਡੇ ਖੂਨ ਦੇ ਕਤਰੇ ਡਿੱਗਣਗੇ, ਹਜ਼ਾਰਾਂ ਸ਼ਹੀਦ ਪੈਦਾ ਹੋਣਗੇ, ਅਸੀਂ ਸ਼ਹੀਦਾਂ ਦੀ ਇੱਕ ਲਾਈਨ ਖਿੱਚ ਚੱਲੇ ਹਾਂ। ਧਰਮ ਤੋਂ ਆਪਾਂ ਕੁਰਬਾਨ ਕਰਨ ਵਾਲਿਆਂ ਦਾ ਤਾਂਤਾ ਲੱਗ ਜਾਵੇਗਾ। ਤੇ ਯਾਦ ਰੱਖਣਾ, ਇੱਕ ਦਿਨ ਪੰਜਾਬ ਦੀ ਧਰਤੀ ਤੋਂ ਮੁਗਲਾਂ ਦੀ ਜੜ ਪੁੱਟੀ ਜਾਵੇਗੀ ਤੇ ਖਾਲਸੇ ਦਾ ਰਾਜ ਸਥਾਪਿਤ ਹੋਵੇਗਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੇ ਆਖਿਆ, ਇਹ ਫੈਸਲਾ ਗੁਰਗੱਦੀ ਦਾ ਅੰਮ੍ਰਿਤਸਰ ਦੀ ਧਰਤੀ ਤੇ ਹੋਵੇਗਾ। ਬਾਬਾ ਬੁੱਢਾ ਜੀ ਗੁਰਿਆਈ ਦੀ ਰਸਮ ਦੀ ਅਦਾਇਗੀ ਕਰੇਗੀ, ਬਾਕੀ ਫੈਸਲਾ ਸੰਗਤ ਵਿੱਚ ਹੋਵੇਗਾ। ਇਹ ਮਹਾਰਾਜ ਨੇ ਪ੍ਰਵਚਨ ਕੀਤੇ। ਆਖਰਕਾਰ ਵਕਤ ਦੇ ਹਾਕਮਾਂ ਨੇ ਦੀਵਾਨ ਚੰਦੂ ਦੀ ਆਗਿਆ ਪਾ ਕੇ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਰਾਵੀ ਵਿੱਚ ਸੁੱਟ ਕੇ ਸ਼ਹੀਦ ਕਰ ਦਿੱਤਾ। ਜਿਹੜੇ ਸਿੱਖ ਮਹਾਰਾਜ ਦੇ ਨਾਲ ਗਏ ਸਨ, ਉਹਨਾਂ ਦੀਆਂ ਨਜ਼ਰਾਂ ਦੇ ਸਾਹਮਣੇ ਚੰਦੂ ਦੀ ਹਵੇਲੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਈ ਦਿਨ ਭੁੱਖੇ ਧਿਆਏ ਰੱਖਿਆ ਗਿਆ। ਫਿਰ ਮਹਾਰਾਜ ਨੂੰ ਦੇਗ ਵਿੱਚ ਉਬਾਲਿਆ ਗਿਆ, ਤਵੀ ਤੇ ਬਿਠਾਇਆ ਗਿਆ, ਰੇਤਾ ਦੇ ਗਰਮ ਕੜਛੇ ਪਾਏ ਗਏ, ਰਾਵੀ ਦੇ ਤੱਟ ਵੱਲੇ ਲਿਜਾਂਦਿਆਂ ਸੰਸਾਰ ਵੀ ਕੀਤਾ ਗਿਆ, ਫਿਰ ਰਾਵੀ ਵਿੱਚ ਸੁੱਟ ਕੇ ਸ਼ਹੀਦ ਕੀਤਾ। ਉਹਨਾਂ ਸਿੱਖਾਂ ਨੇ ਸਾਰਾ ਹੀ ਸ਼ਹਾਦਤ ਦਾ ਨਜ਼ਾਰਾ ਆਪਣੀਆਂ ਅੱਖਾਂ ਨਾਲ ਵੇਖਿਆ ਸੀ। ਉਹ ਸਿੱਖ ਲਾਹੌਰ ਤੋਂ ਚੱਲਦੇ ਚੱਲਦੇ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆਉਂਦੇ ਨੇ। ਮਾਤ ਗੰਗਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਤੇ ਹਜੂਰ ਦੇ ਇਕਲੌਤੇ ਸਾਹਿਬਜ਼ਾਦੇ ਹਰਗੋਬਿੰਦ, ਜਿਨ੍ਹਾਂ ਦੀ ਆਰਜੂ 11 ਸਾਲ ਦੀ ਹੈ, ਲਾਹੌਰ ਤੋਂ ਆਏ ਸਿੱਖਾਂ ਨੂੰ ਪੁੱਛਦੇ ਨੇ ਕਿ ਗੁਰੂ ਅਰਜਨ ਦੇਵ ਮਹਾਰਾਜ ਨਾਲ ਵਾਕਿਆਤ ਕਿਵੇਂ ਵਾਕੇ। ਤੇ ਸਿੱਖ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਮਾਤ ਗੰਗਾ ਜੀ ਤੇ ਸਾਹਿਬਜ਼ਾਦੇ ਹਰਗੋਬਿੰਦ ਨਾਲ ਕਿਵੇਂ ਕਰ ਰਹੇ ਨੇ। ਢਾਡੀ ਕਲਮ ਦੀ ਇੱਕ ਵੰਨਗੀ ਗੱਡੀ ਦੀ ਚਾਲ ਵਿੱਚ ਲਾਈਨਾਂ ਕੀਤੀਆਂ ਜਾ ਰਹੀਆਂ। ਤਵੱਜੋ ਦੇ ਕੇ ਸਰਣ ਕਰਨਾ ਜੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਨਾਲ ਗਏ ਹੋਏ ਸਿੱਖ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਆਉਂਦੇ ਨੇ। ਮਾਤ ਗੰਗਾ ਜੀ ਤੇ ਸਾਹਿਬਜ਼ਾਦੇ ਹਰਗੋਬਿੰਦ ਗੁਰੂ ਅਰਜਨ ਦੇਵ ਮਹਾਰਾਜ ਬਾਰੇ ਪੁੱਛ ਰਹੇ ਨੇ, ਤੇ ਸਿੱਖ ਦੱਸ ਰਹੇ ਨੇ ਕਿਹੜਾ ਕਿਹੜਾ ਕਸ਼ਟ ਦੇ ਕੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕੀਤਾ ਗਿਆ ਤੇ ਸ਼ਹਾਦਤ ਦਾ ਕਾਰਨ ਕੀ ਸੀ। ਇਹਨਾਂ ਸ਼ਬਦਾਂ ਵਿੱਚ ਇਹੋ ਜਿਹਾ ਕੀਤਾ
ਜਦੋਂ ਕੀਤਾ ਇਨਕਾਰ ਸਤਿਗੁਰਾਂ ਨੇ ਮੌਤ ਦਾ ਹੁਕਮ ਬੋਲ ਕੇ, ਮੌਤ ਦਾ ਹੁਕਮ ਬੋਲ ਕੇ ਬਾਦਸ਼ਾਹ ਸੀ। ਬਾਦਸ਼ਾਹ ਕਸ਼ਮੀਰ ਵੱਲੇ ਤੁਰਿਆ, ਬਾਦਸ਼ਾਹ ਕਸ਼ਮੀਰ ਵੱਲੇ ਤੁਰਿਆ, ਬਾਦਸ਼ਾਹ ਕਸ਼ਮੀਰ ਵੱਲੇ ਤੁਰਿਆ, ਬਾਦਸ਼ਾਹ ਕਸ਼ਮੀਰ ਵੱਲੇ ਤੁਰਿਆ। ਕੁਰਾਨ ਨੂੰ ਲਾਹੌਰ ਛੱਡ ਕੇ, ਕੁਰਾਨ ਨੂੰ ਲਾਹੌਰ ਛੱਡ ਕੇ ਖਾਨ ਮੁਰਤਜ਼ਾ, ਖਾਨ ਮੁਰਤਜ਼ਾ ਬਈ ਖਾਨ ਮੁਰਤਜ਼ਾ, ਖਾਨ ਮੁਰਤਜ਼ਾ ਪੁਰਾ ਦੇ ਨਾਈ ਕਈ ਦਿਨ ਕੈਦ ਰੱਖਿਆ, ਕਈ ਦਿਨ ਕੈਦ ਰੱਖਿਆ। ਫੇਰ ਚੰਦੂ ਨੇ, ਫੇਰ ਚੰਦੂ ਨੇ ਹਵੇਲੀ ਵਿੱਚ ਖੜ ਕੇ, ਫੇਰ ਚੰਦੂ ਨੇ ਹਵੇਲੀ ਵਿੱਚ ਖੜ ਕੇ ਬੜਾ ਮਾਰ ਦਿੱਤਾ ਪੁਰਾ ਨੂੰ, ਬੜਾ ਮਾਰ ਦਿੱਤਾ ਪੁਰਾ ਨੂੰ। ਨਾਲੇ ਆਖਿਆ, ਨਾਲੇ ਆਖਿਆ ਬੇਟੀ ਦਾ ਰਿਸ਼ਤਾ, ਨਾਲੇ ਆਖਿਆ ਬੇਟੀ ਦਾ ਰਿਸ਼ਤਾ। ਕਰੋ ਪਰਵਾਨ ਗੁਰੂ ਜੀ, ਕਰੋ ਪਰਵਾਨ ਗੁਰੂ ਜੀ, ਨਹੀਂ ਤਾਂ ਦੇ ਕੇ, ਨਹੀਂ ਤਾਂ ਦੇਖ ਤੇ ਸਖਤ ਸਜ਼ਾਵਾਂ, ਨਹੀਂ ਤਾਂ ਦੇਖ ਤੇ ਸਖਤ ਸਜ਼ਾਵਾਂ, ਨਹੀਂ ਤਾਂ ਦੇਖ ਤੇ ਸਖਤ ਸਜ਼ਾਵਾਂ, ਨਹੀਂ ਤਾਂ ਦੇਖ ਤੇ ਸਖਤ ਸਜ਼ਾਵਾਂ। ਤੁਸਾਂ ਤਾਂ ਹੀ ਮਾਰ ਦੇਵਾਂਗਾ, ਤੁਸਾਂ ਤਾਂ ਹੀ ਮਾਰ ਦੇਵਾਂਗਾ। ਬੁਰਾ ਆਖਿਆ, ਗੁਰਾਂ ਆਖਿਆ ਦੀਵਾਨ ਸਾਹਿਬ ਸੁਣ ਲੋ, ਗੁਰਾਂ ਆਖਿਆ ਦੀਵਾਨ ਸਾਹਿਬ ਸੁਣ ਲੋ। ਮੌਤ ਤੋਂ ਨਹੀਂ ਅਸੀਂ ਡਰਦੇ, ਮੌਤ ਤੋਂ ਨਹੀਂ ਅਸੀਂ ਡਰਦੇ। ਫੇਰ ਸਰ ਕੇ, ਫੇਰ ਸੜ ਕੇ ਕਰੋੜ ਵਿੱਚ ਪਾਪੀ, ਸੜ ਕੇ ਕਰੋੜ ਵਿੱਚ ਪਾਪੀ। ਇੱਕ ਚੁੱਪ ਖਾਇਆ ਪੁਰਾ ਨੂੰ, ਇੱਕ ਚੁੱਪ ਖਾਇਆ ਪੁਰਾ ਨੂੰ। ਫਿਰ ਅਗਲੇ, ਤੇਰੀ ਅਗਲੇ ਤਪਾਕ ਤਵੀ ਲੋਹੇ ਦੀ, ਤੇਰੀ ਅਗਲੇ ਤਪਾਕ ਤਵੀ ਲੋਹੇ ਦੀ। ਉੱਪਰ ਬਿਠਾਏ ਬਾਦਸ਼ਾਹ, ਉੱਪਰ ਬਿਠਾਏ ਬਾਦਸ਼ਾਹ। ਰੇਤਾ ਗਰਮ, ਰੇਤਾ ਗਰਮ ਸੀਸ ਵਿੱਚ ਪਾਈ, ਰੇਤਾ ਗਰਮ ਸੀਸ ਵਿੱਚ ਪਾਈ। ਫੇਰ ਰਾਵੀ ਵਿੱਚ ਸੁੱਟਿਆ, ਫੇਰ ਰਾਵੀ ਵਿੱਚ ਸੁੱਟਿਆ। ਕਿਉਂ ਪਾ ਗਏ, ਇਉਂ ਕਰਤੇ ਸ਼ਹੀਦ ਗੁਰ ਪੰਜਵੇਂ, ਇਉਂ ਕਰਤੇ ਸ਼ਹੀਦ ਗੁਰ ਪੰਜਵੇਂ। ਜੋਤੀ ਸੰਗ ਜੋਤ ਇਸ ਤਰ੍ਹਾਂ, ਜੋਤੀ ਸੰਗ ਜੋਤ ਇਸ ਤਰ੍ਹਾਂ। ਰਲ ਗਈ, ਰਲ ਗਈ ਜ਼ੁਲਮਾਂ ਦੀ ਨਦੀ ਵੱਗਦੀ। ਜਿੰਦ ਠੱਲ ਗਈ, ਉਹ ਜਿੰਦ ਠੱਲ ਗਈ, ਉਹ ਜਿੰਦ ਠੱਲ ਗਈ। ਬੁਲਾਰੇ ਦਾ ਤੇ ਸਰੋਤੇ ਦਾ ਵੀ ਬੜਾ ਗਹਿਰਾ ਰਿਸ਼ਤਾ ਹੈ। ਬੁਲਾਰਾ ਬੋਲਦਾ ਹੋਏ, ਸਰੋਤੇ ਦੀ ਆਤਮਾ ਦਾ ਭਾਂਡਾ ਸਿੰਦਾ ਹੋਏ, ਇੰਜ ਲੱਗਦਾ ਹੈ ਸੁਣਨ ਵਾਲੇ ਨੂੰ ਜਿੱਥੇ ਘਟਨਾ ਵਾਪਰੀ ਹੋਵੇ ਜਿਵੇਂ ਆਪਣੀ ਅੱਖਾਂ ਨਾਲ ਵੇਖ ਰਿਹਾ ਹੋਵੇ। ਬੜਾ ਲਾਜ਼ਮੀ ਹੈ ਮਨ ਦੀ ਇਕਾਗਰਤਾ ਬਣਾ ਕੇ ਰੱਖਣੀ। ਕਹਿਣ ਵਾਲਾ ਕਹਿ ਰਿਹਾ ਸੀ, ਸੁਣਨ ਵਾਲਾ ਸੁਣ ਰਿਹਾ ਸੀ। ਲਾਹੌਰ ਤੋਂ ਆਏ ਸਿੱਖ ਦੱਸ ਰਹੇ ਸਨ ਪੰਚਮ ਪਾਤਸ਼ਾਹ ਦੀ ਸ਼ਹਾਦਤ ਦਾ ਜ਼ਿਕਰ। ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਤੇ ਸਤਿਗੁਰਾਂ ਦੇ ਕਲੌਤੇ ਸਾਹਿਬਜ਼ਾਦੇ ਹਰਗੋਬਿੰਦ ਸੁਣ ਰਹੇ ਸਨ। ਕਿਸੇ ਔਰਤ ਦੇ ਪਤੀ ਦੀ ਮੌਤ ਦੀ ਖਬਰ ਉਹਦੇ ਵਾਸਤੇ ਪਰਲੋ ਲਿਆ ਦਿੰਦੀ। 11 ਸਾਲ ਦੇ ਬੱਚੇ ਦਾ ਬਾਪ ਦਾ ਸਾਇਆ ਸਿਰ ਤੋਂ ਉੱਠ ਜਾਵੇ, ਉਹਦਾ ਕਾਲਜਾ ਥੰਮਿਆ ਨਹੀਂ ਰਹਿੰਦਾ। ਇਹਨਾਂ ਸ਼ਬਦਾਂ ਨੂੰ ਗਾਇਆ ਵੀ ਜਾਂਦਾ, ਸੁਣਿਆ ਵੀ ਜਾਂਦਾ ਹੈ। ਕਦੇ ਵਿਚਾਰ ਕੇ ਵੇਖਿਓ, ਜਿਨ੍ਹਾਂ ਨਾਲ ਇਹ ਸਾਕਾ ਵਾਪਰਿਆ ਕਿੱਡਾ ਵੱਡਾ ਜਿਗਰਾ ਹੋਏਗਾ ਉਹਨਾਂ ਦਾ। ਭਾਈ ਬਿਧੀ ਚੰਦ, ਭਾਈ ਜੇਠਾ ਜੀ ਤੇ ਨਾਲ ਗਏ ਹੋਏ ਸਿੱਖ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਪਹੁੰਚ ਕੇ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਜ਼ਿਕਰ ਕਰ ਰਹੇ। ਦੱਸਦੇ ਨੇ ਮਾਤ ਜੀ, ਪਹਿਲਾ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਬਹੁਤ ਵੱਡਾ ਮਾਣ ਦਿੱਤਾ। ਫਿਰ ਸਹਿਜੇ ਜੇ ਗੱਲ ਤੋਰੀ ਸ਼ਾਹਜ਼ਾਦਾ ਖੁਸਰੋ ਦੀ,
ਕੁਝ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਝੁਠਲਾ ਦਿੱਤਾ। ਫਿਰ ਬਾਦਸ਼ਾਹ ਨੇ ਆਖਿਆ ਮੇਰੇ ਕੋਲੇ ਇੱਕ ਸ਼ਿਕਾਇਤ ਪਹੁੰਚੀ ਹੈ, ਤੁਸੀਂ ਇਹ ਗ੍ਰੰਥ ਦੀ ਸੰਪਾਦਨਾ ਕੀਤੀ ਹੈ ਜਿਹਦੇ ਵਿੱਚ ਆਪਣੇ ਪੁਰਖਿਆਂ ਦੀ ਵਡਿਆਈ ਕੀਤੀ ਤੇ ਇਸਲਾਮ ਦੀ ਤੋਹੀਨ ਕੀਤੀ। ਕੁਝ ਲੋਕ ਗਿਲਾ ਕਰਦੇ ਮੈਂ ਸ਼ਹਿਨਸ਼ਾਹ ਹਿੰਦੁਸਤਾਨ ਹਾਂ, ਉਹਨਾਂ ਦਾ ਗਿਲਾ ਠੰਡਾ ਕਰਨ ਵਾਸਤੇ ਹਜ਼ਰਤ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਕੁਝ ਅੱਖਰ ਪਾ ਦਿਓ। ਤੇ ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਬਾਦਸ਼ਾਹ ਸਲਾਮਤ, ਜੇ ਤਾਂ ਸਾਡੀ ਆਪਣੀ ਕਵਿਤਾ ਹੁੰਦੀ ਉਹਦੇ ਵਿੱਚ ਮੁਹੰਮਦ ਸਾਹਿਬ ਦੀ ਸ਼ਾਨ ਵਿੱਚ ਕੁਝ ਲਿਖ ਦਿੰਦੇ ਤਾਂ ਬਾਣੀ ਨਿਰੰਕਾਰ ਦੀ। ਇਹਦਾ ਮਾਲਕ ਨਿਰੰਕਾਰ ਹੈ, ਗੁਰੂ ਸਾਹਿਬਾਨਾਂ ਦੀ ਰਚਨਾ ਦੁਆਰਾ ਸੰਸਾਰ ਤੇ ਆਈ, ਪਰ ਇਹ ਬਾਣੀ ਨਿਰੰਕਾਰ ਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਵਿੱਤਰ ਬਾਣੀ ਵਿੱਚ ਇਸ ਗੱਲ ਦਾ ਨਿਰਣਾ ਹੈ। ਮਹਾਰਾਜ ਕਹਿੰਦੇ ਨੇ ਤੁਰਕੀ ਭੇਜੀ ਆਈ ਆਮਰ, ਜਿਨ ਨੌਖੰਡ ਜੀਤੇ ਸਭ ਥਾਨ ਥਨੰਤਰ। ਹੋਰ ਵੀ ਇੱਕ ਸਖਾਲਾ ਜਿਹਾ ਸ਼ਬਦ ਆਪ ਜੀ ਨੇ ਕਈ ਵਾਰੀ ਸਰਵਣ ਕੀਤਾ ਹੋਵੇਗਾ, ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ। ਧੁਰ ਦਾ ਅਰਥ ਹੈ ਕਿ ਨਿਰੰਕਾਰ ਵੱਲੋਂ ਆਈ ਹੋਈ ਬਾਣੀ। ਤੋ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਸਾਡੀ ਆਪਣੀ ਰਚਨਾ ਹੁੰਦੀ ਤੇ ਮੁਹੰਮਦ ਸਾਹਿਬ ਦੀ ਸ਼ਾਨ ਕੁਝ ਲਿਖ ਦਿੰਦੇ, ਇਹ ਬਾਣੀ ਨਿਰੰਕਾਰ ਦੀ, ਇਹਦਾ ਤੇ ਲੱਗ ਕਰਨਾ ਤੇ ਸਿਹਾਰੀ ਬਿਹਾਰੀ ਵੀ ਨਹੀਂ ਬਦਲਿਆ ਜਾ ਸਕਦਾ। ਬਾਦਸ਼ਾਹ ਕਹਿੰਦਾ ਜੇ ਗੱਲਾਂ ਮੰਨੀਆਂ ਨਾ ਸਜ਼ਾਏ ਮੌਤ ਦੇ ਕੇ ਮਾਰ ਦਿੱਤੇ ਜਾਓਗੇ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਜਿੱਥੋਂ ਦੁਨੀਆ ਦੇ ਲੋਕਾਂ ਦੀ ਮੌਤ ਹੁੰਦੀ ਹੈ, ਗੁਰੂ ਨਾਨਕ ਦੇ ਘਰ ਵਿੱਚ ਜਨਮ ਹੀ ਉੱਥੋਂ ਹੁੰਦਾ ਹੈ। ਅਸੀਂ ਮੌਤ ਤੋਂ ਕਦਾਚਿਤ ਵੀ ਨਹੀਂ ਡਰਦੇ। ਬਾਦਸ਼ਾਹ ਗਰਮੀ ਦਾ ਬਹਾਨਾ ਬਣਾ ਕੇ ਕਸ਼ਮੀਰ ਚਲਾ ਗਿਆ ਤੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਮੁਰਤਜ਼ਾ ਖਾਨ ਦੇ ਹਵਾਲੇ ਕਰ ਗਿਆ। ਮੁਰਤਜ਼ਾ ਖਾਨ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਕਈ ਦਿਨ ਕੈਦ ਰੱਖਿਆ। ਆਖਰ ਦੀਵਾਨ ਚੰਦੂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਤੇ ਘਰ ਖੜ ਕੇ ਬੜਾ ਵੱਡਾ ਮਾਣ ਦਿੱਤਾ। ਆਖਿਆ ਰਿਸ਼ਤੇਦਾਰੀ ਵਿੱਚੋਂ ਤੁਹਾਡਾ ਥਾਂ ਉੱਚਾ ਤੇ ਮੇਰਾ ਨੀਵਾਂ ਹੈ। ਮੈਂ ਬੇਨਤੀ ਕਰਦਾ ਹਾਂ ਬਾਦਸ਼ਾਹ ਵਾਲੀਆਂ ਸ਼ਰਤਾਂ ਤੇ ਮੇਰੀ ਧੀ ਦਾ ਰਿਸ਼ਤਾ ਆਪਣੇ ਸਾਹਿਬਜ਼ਾਦੇ ਲਈ ਪ੍ਰਵਾਨ ਕਰ ਦਿਓ, ਜ਼ਿੰਦਗੀ ਬਚਾ ਦਿੱਤੀ ਜਾਵੇਗੀ। ਗੁਰੂ ਅਰਜਨ ਦੇਵ ਮਹਾਰਾਜ ਨੇ ਆਖਿਆ ਦੀਵਾਨ ਚੰਦੂ, ਜੋ ਕੁਝ ਅਸੀਂ ਬਾਦਸ਼ਾਹ ਨੂੰ ਕਿਹਾ ਉਹ ਤੈਨੂੰ ਆਖਦੇ ਹਾਂ। ਇਹ ਸੰਭਵ ਨਹੀਂ ਕਿ ਅਸੀਂ ਬਾਦਸ਼ਾਹ ਦੀਆਂ ਗੱਲਾਂ ਤੇ ਯਕੀਨ ਕਰਕੇ ਉਹਦੀਆਂ ਗੱਲਾਂ ਦੀ ਪੂਰਤੀ ਕਰਾਂਗੇ। ਅਸੀਂ ਸ਼ਹਾਦਤ ਦਾ ਜਾਮ ਪੀਣ ਵਾਸਤੇ ਤਿਆਰ ਹਾਂ, ਜੋ ਤੇਰੇ ਜੀ ਆਵੇ ਉਹ ਕਰ ਲੈ। ਅਕੜੇਵੇਂ ਵਿੱਚ ਆਏ ਹੋਏ ਉਸ ਪਾਪੀ ਹੰਕਾਰੀ ਨੇ, ਦੁਰਾਚਾਰੀ ਦੀਵਾਨ ਚੰਦੂ ਨੇ ਗੁਰੂ ਅਰਜਨ ਦੇਵ ਮਹਾਰਾਜ ਨੂੰ ਦੇਗ ਵਿੱਚ ਉਬਾਲਿਆ। ਥੱਲੇ ਲੱਟ-ਲੱਟ ਕਰਕੇ ਅੱਗ ਮਚ ਰਹੀ ਸੀ। ਪੰਚਮ ਪਾਤਸ਼ਾਹ ਦੇਗ ਵਿੱਚ ਬੈਠੇ ਹੋਏ ਕਰਤਾਰ ਦੀ ਰਜ਼ਾ ਵਿੱਚ ਜੁੜੇ ਹੋਏ ਸਨ। ਅਗਲੇ ਦਿਨ ਦੇ ਚੜ੍ਹਾਅ ਨਾਲ ਮਹਾਰਾਜ ਨੂੰ ਤਵੀ ਤੇ ਬਿਠਾਇਆ ਗਿਆ। ਰੇਤਾ ਦੇ ਗਰਮ ਕੜਛੇ ਹਜੂਰ ਦੇ ਸੀਸ ਵਿੱਚ ਪੈਂਦੇ ਰਹੇ, ਪਰ ਮਹਾਰਾਜ ਜੀ ਨਿਰੰਕਾਰ ਦਾ ਭਾਣਾ ਮੰਨਦੇ ਰਹੇ। ਸਾਈਂ ਮੀਆਂ ਮੀਰ ਜੀ ਆਏ ਤੇ ਦਿੱਲੀ ਦਾ ਤਖਤਾ ਪਲਟਣ ਵਾਸਤੇ ਕਹਿ ਰਹੇ ਸਨ। ਮਹਾਰਾਜ ਨੇ ਸ਼ਾਂਤ ਕਹਿਣ ਦਾ ਆਦੇਸ਼ ਦਿੱਤਾ, ਆਪਣੀ ਕੁਟੀਆ ਵਿੱਚ ਵਾਪਸ ਚਲੇ ਗਏ। ਵਕਤ ਦੇ ਹਾਕਮਾਂ ਨੇ ਹੁਕਮਨਾਮਾ ਜਾਰੀ ਕੀਤਾ, ਰਾਵੀ ਵਿੱਚ ਸੁੱਟ ਕੇ ਸ਼ਹੀਦ ਕੀਤਾ ਜਾਵੇ ਔਰ ਉਧਰ ਲਿਜਾਂਦਿਆਂ ਸੰਸਾਰ ਕੀਤਾ ਜਾਵੇ। ਮਾਤਾ ਜੀ ਤੇ ਸਾਹਿਬਜ਼ਾਦੇ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਨਾਲ ਸਾਂ। ਮੇਰੇ ਸਤਿਗੁਰਾਂ ਨੂੰ ਰਾਵੀ ਦੇ ਤੱਟ ਵੱਲੇ ਲਿਜਾਂਦਿਆਂ ਕੁਝ ਬੇਵਕੂਫ ਲੋਕਾਂ ਨੇ ਪੱਥਰ ਵੀ ਮਾਰੇ ਤੇ ਮਹਾਰਾਜ ਦੇ ਅੱਖ ਦੇ ਪਰਮੱਟੇ ਤੇ ਚੋਟ ਵੀ ਆਈ, ਪਰ ਗੁਰੂ ਅਰਜਨ ਦੇਵ ਮਹਾਰਾਜ ਨੇ ਜਰਾ ਜਿੰਨਾ ਵੀ ਗਿਲਾ ਨਹੀਂ ਕੀਤਾ। ਜਿਨ੍ਹਾਂ ਨੇ ਤਵੀ ਦਾ ਸੇਕ ਸੇਕਦਿਆਂ ਸੀਸ ਵਿੱਚ ਗਰਮ ਰੇਤਾ ਦੇ ਕੜਛੇ ਪਾਉਂਦਿਆਂ ਸੀ ਤੱਕ ਨਹੀਂ ਆਖੀ, ਉਹਨਾਂ ਦੇ ਅੱਖ ਤੇ ਪਰਮੱਟੇ ਤੇ ਪੱਥਰ ਵੱਜਾ, ਖੂਨ ਥੋੜਾ ਜਿਹਾ ਵਗਿਆ, ਪਰ ਮਹਾਰਾਜ ਨੇ ਸੀ ਤੱਕ ਨਹੀਂ ਕੀਤੀ। ਆਖਿਰਕਾਰ ਗੁਰੂ ਅਰਜਨ ਦੇਵ ਮਹਾਰਾਜ ਨੂੰ ਸ਼ਹੀਦ ਕਰਨ ਦਾ ਹੁਕਮ ਦੇ ਦਿੱਤਾ ਵੀ ਰਾਵੀ ਸੁੱਟ ਕੇ ਸ਼ਹੀਦ ਕਰ ਦਿੱਤਾ ਜਾਵੇ। ਅਸੀਂ ਮਹਾਰਾਜ ਨੂੰ ਬੇਨਤੀ ਕੀਤੀ, ਉਹਨਾਂ ਨੇ ਸਾਰੀ ਗੱਲ ਦੱਸ ਦਿੱਤੀ। ਆਹ ਮਹਾਰਾਜ ਨੇ ਦੱਸਿਆ ਤੇ ਮਹਾਰਾਜ ਨੂੰ ਲੱਤਾਂ ਬਾਹਾਂ ਬੰਨ੍ਹ ਕੇ ਰਾਵੀ ਸੁੱਟ ਕੇ ਸ਼ਹੀਦ ਕਰ ਦਿੱਤਾ। ਕਹਿਣ ਵਾਲੇ ਸ਼ਮ-ਸ਼ਮ ਹੰਝੂ ਕੇਰ ਕੇ ਦੱਸ ਰਹੇ ਸਨ ਪੰਚਮ ਪਾਤਸ਼ਾਹ ਦੀ ਸ਼ਹਾਦਤ ਦੀ ਗੱਲ, ਪਰ ਸੁਣਨ ਵਾਲਿਆਂ ਦੀਆਂ ਅੱਖਾਂ ਨਮ ਨਹੀਂ ਹੋਈਆਂ। ਨਾ ਮਾਤਾ ਗੰਗਾ ਜੀ ਦੀ ਅੱਖਾਂ ਵਿੱਚ ਆਂਸੂ ਆਇਆ, ਨਾ 11 ਸਾਲ ਦੇ ਸਾਹਿਬਜ਼ਾਦੇ ਦੀ ਅੱਖ ਵਿੱਚ ਆਂਸੂ ਆਇਆ। ਬੜਾ ਵੱਡਾ ਹਾਦਸਾ ਵਾਪਰਿਆ ਸੀ ਮਾਤਾ ਗੰਗਾ ਜੀ ਵਾਸਤੇ, ਸਾਹਿਬਜ਼ਾਦੇ ਹਰਗੋਬਿੰਦ ਵਾਸਤੇ, ਪਰ ਜਿਨ੍ਹਾਂ ਨੇ ਕੌਮ ਦੀ ਵਾਗਡੋਰ ਸਵਾਰਨੀ ਹੋਵੇ, ਜਿਨ੍ਹਾਂ ਨੇ ਕੌਮ ਲਈ ਪੂਰਨੇ ਪਾਉਣੇ ਹੋਣ, ਉਹ ਕਦੇ ਵੀ ਆਪਣੀ ਅੱਖ ਨਮ ਨਹੀਂ ਕਰਦੇ। ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ, ਫਿਰ ਬਾਬਾ ਬੁੱਢਾ ਜੀ ਨੂੰ ਮਾਤ ਗੰਗਾ ਤੇ ਸਾਹਿਬਜ਼ਾਦੇ ਨੇ ਕਿਹਾ ਕਿ ਪੰਚਮ ਪਾਤਸ਼ਾਹ ਨੇ ਇੱਕ ਮਰਿਆਦਾ ਘੜੀ ਹੈ, ਕੋਈ ਪ੍ਰਾਣੀ ਅਕਾਲ ਚਲਾਣਾ ਕਰ ਦੇਵੇ, ਉਸਦੇ ਦੁਸਹਿਰੇ ਤੋਂ ਪਹਿਲਾਂ ਉਸਦੀ ਯਾਦ ਵਿੱਚ ਸਹਿਜ ਪਾਠ ਆਰੰਭ ਕਰਕੇ ਉਸ ਦਾ ਭੋਗ ਪਾਇਆ ਜਾਵੇ। ਕੋਠਾ ਸਾਹਿਬ ਵਿਖੇ ਬਾਬਾ ਜੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਿਮਿਤ ਸਹਿਜ ਪਾਠ ਦੀ ਆਰੰਭਤਾ ਕਰ ਦਿੱਤੀ ਜਾਵੇ। ਬਾਬਾ ਜੀ ਨੇ ਮਾਤ ਗੰਗਾ ਤੇ ਸਾਹਿਬਜ਼ਾਦੇ ਦੀ ਆਗਿਆ ਪਾ ਕੇ ਕੋਠਾ ਸਾਹਿਬ ਵਿਖੇ ਸਹਿਜ ਪਾਠ ਆਰੰਭ ਕਰ ਦਿੱਤਾ। ਇਧਰੋਂ ਮਾਤਾ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਕਿ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਜਾਣ। ਜਿਸ ਦਿਨ ਭੋਗ ਪੈਣਾ ਹੈ ਉਸ ਦਿਨ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਦਾ ਇਕੱਠ ਹੋਵੇ
ਨਾਲੇ ਤਾਂ ਗੁਰੂ ਅਰਜਨ ਦੇਵ ਮਹਾਰਾਜ ਦੀ ਬੇਵਕਤੀ ਸ਼ਹਾਦਤ ਦਾ ਕਾਰਨ ਪਤਾ ਲੱਗ ਜਾਵੇ ਸੰਗਤ ਨੂੰ, ਨਾਲੇ ਸਾਹਿਬਜ਼ਾਦੇ ਨੂੰ ਗੁਰਗੱਦੀ ਦੀ ਰਸਮ ਅਦਾਇਗੀ ਕੀਤੀ ਜਾਵੇਗੀ। ਮਾਝਾ, ਕੋਠੋਹਾਰ, ਕਾਬਲ, ਕੰਧਾਰ, ਯੂਪੀ, ਸੀਪੀ, ਬਾਂਗੜ, ਬੰਗਾਲ, ਜਿੱਥੇ ਜਿੱਥੇ ਨਾਨਕ ਨਾਮ ਲੈਵਾ ਸਿੱਖ ਵਸਦੇ ਸਨ, ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤ ਦਾ ਇਕੱਠ ਹੋਇਆ। ਤੁਸੀਂ ਸੋਚਦੇ ਹੋਵੋਗੇ ਵੀ ਕੋਠਾ ਸਾਹਿਬ ਕੀ? ਅਕਾਲ ਤਖਤ ਸਾਹਿਬ ਵਿੱਚ ਇੱਕ ਕਮਰਾ ਹੈ ਜਿਹਨੂੰ ਕੋਠਾ ਸਾਹਿਬ ਕਿਹਾ ਜਾਂਦਾ ਹੈ। ਉੱਥੇ ਪਹਿਲਾਂ ਉਹ ਕੇਵਲ ਕੋਠਾ ਹੀ ਸੀ ਜਿੱਥੇ ਪੰਚਮ ਪਾਤਸ਼ਾਹ ਜੀ ਬਰਾਜਾ ਕਰਦੇ ਸਨ। ਉੱਥੇ ਇਲਾਹੀ ਬਾਣੀ ਦਾ ਬਾਬਾ ਬੁੱਢਾ ਜੀ ਪਾਠ ਕਰ ਰਹੇ ਨੇ। ਉਹ ਵਕਤ ਆ ਗਿਆ ਜਿਸ ਦਿਨ ਭੋਗ ਪੈਣਾ ਸੀ। ਹਜ਼ਾਰਾਂ ਦੀ ਤਾਦਾਦ ਵਿੱਚ ਪਰਿਕਰਮਾ ਵਿੱਚ ਸੰਗਤ ਦਾ ਇਕੱਠ ਹੈ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹਾਦਤ ਦਾ ਕਾਰਨ ਜਾਣਨ ਵਾਸਤੇ ਔਰ ਨਵੇਂ ਗੁਰੂ ਦੇ ਦਰਸ਼ਨ ਕਰਨ ਵਾਸਤੇ। ਗੁਰੂ ਕੀ ਸੰਗਤ ਬਹੁਤਾਤ ਵਿੱਚ ਉੱਥੇ ਜੁੜੀ ਹੋਈ ਹੈ। ਗੁਰੂ ਕੀ ਬਾਣੀ ਦਾ ਭੋਗ ਪਿਆ। ਬਾਹਰ ਦੀਵਾਨ ਸਜਾਇਆ ਗਿਆ ਕੋਠਾ ਸਾਹਿਬ ਦੇ ਸਾਹਮਣੇ। ਭਾਈ ਰਾਏ ਬਲਵੰਤ ਤੇ ਸੱਤਾ ਜੀ ਨੇ ਇਲਾਹੀ ਬਾਣੀ ਦਾ ਕੀਰਤਨ ਆਰੰਭ ਕੀਤਾ। ਜਦੋਂ ਕਿਸੇ ਖੁਸ਼ੀ ਦੇ ਸਮਾਗਮ ਉੱਤੇ ਰਾਗੀ ਪਾਠ ਕਰਦੇ ਹੋਣ, ਕੀਰਤਨ ਕਰਦੇ ਹੋਣ, ਉਦੋਂ ਖੁਸ਼ੀ ਵਾਲੇ